ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸ ਕੇ ਹਟੀ ਹਾਂ, ਅਸੀਂ ਗੱਲ ਕਰਨੀ ਹੈ ਪੰਜਾਬੀ ਕਵੀ ਪਾਸ਼ ਬਾਰੇ। ਪਾਸ਼ ਨੂੰ ਹਮੇਸ਼ਾ ਲੋਕਾਂ ਦਾ ਕਵੀ ਮੰਨਿਆ ਜਾਂਦਾ ਹੈ। ਪਿੰਡਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ, ਖੇਤਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ, ਕਿਰਤੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ। ਜੋ ਕੁਝ ਸਿਆਸਤ ਦੇ ਵਿੱਚ ਹੁੰਦਾ ਉਹਦੀ ਬਹੁਤ ਡੂੰਘੀ ਸੋਚ ਸੀ, ਉਹਨੂੰ ਬਹੁਤ ਡੂੰਘੀ ਸਮਝ ਸੀ। ਬਹੁਤ ਕੁਝ ਜੋ ਸੁਸਾਇਟੀ ਦੇ ਵਿੱਚ ਅਸੀਂ ਹਾਲੇ ਤੱਕ, ਖਾਸ ਕਰਕੇ ਭਾਰਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਇੰਨੇ ਸਾਲ ਪਹਿਲਾਂ ਪਾਸ਼ ਲਿਖ ਗਿਆ ਅਤੇ ਜਦੋਂ ਅੱਜ ਤੁਸੀਂ ਪੜ੍ਹਦੇ ਹੋ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਅੱਜ ਦਾ ਸੱਚ ਹੈ। ਸੋ ਪਾਸ਼ ਦਾ ਅੱਜ ਜਨਮ ਦਿਨ ਹੈ। ਅੱਜ ਪਾਸ਼ ਨੂੰ ਯਾਦ ਕਰਦੇ ਹਾਂ। ਪਾਸ਼ ਦੀ ਕਵਿਤਾ ਅੱਜ ਦੇ ਸੰਦਰਭ ਦੇ ਵਿੱਚ, ਇਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੈਂ ਅੱਜ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੋਇਆ। ਸਾਡੇ ਆਪਣੇ ਇੱਥੋਂ ਦੇ ਸ਼ਾਇਰ ਨੇ ਅੰਮ੍ਰਿਤ ਦੀਵਾਨਾ ਹੁਣੀ। ਤੁਹਾਡੇ ਵਿੱਚੋਂ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੂੰ ਪਤਾ ਹੋਏਗਾ ਕਿ ਅੰਮ੍ਰਿਤ ਦੀਵਾਨਾ ਹੁਣੀ ਕਿਸ ਕਿਸਮ ਦੀ ਪੋਇਟਰੀ ਲਿਖਦੇ ਆ। ਮੈਂ ਬਹੁਤ ਸਾਲ ਪਹਿਲਾਂ ਇਹਨਾਂ ਦੀ ਇੱਕ ਕਵਿਤਾ ਸੀ, ਮਨ ਦੀ ਪਾਰਲੀਮੈਂਟ ਦੇ ਵਿੱਚ ਸ਼ੋਰ ਸ਼ਰਾਬਾ ਰਹਿੰਦਾ ਹੈ, ਉਹ ਮੈਂ ਪੜ੍ਹੀ ਸੀ ਅਤੇ ਉਸ ਤੋਂ ਬਾਅਦ ਇਹ ਸਮਝ ਲਓ ਕਿ ਇਹਨਾਂ ਦੀ ਪੋਇਟਰੀ ਦੀ ਮੈਂ ਵੀ ਦੀਵਾਨੀ ਹੋ ਗਈ ਸੀ। ਅੰਮ੍ਰਿਤ ਦੀਵਾਨਾ ਹੁਣਾਂ ਦੀਆਂ ਕਿਤਾਬਾਂ ਆ ਚੁੱਕੀਆਂ ਨੇ, ਮਹਿਕ ਦੀ ਆਮਦ, ਸੰਵੇਦਨਾ, ਖੁਸ਼ ਆਮਦੀਦ ਅਤੇ ਪੈਰਾਂ ਵਾਲਾ ਚੰਦਰਮਾ। ਅੱਜ ਖੁਸ਼ੀ ਦੀ ਗੱਲ ਹੈ ਕਿ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਅੰਮ੍ਰਿਤ ਦੀਵਾਨਾ ਜੀ। ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਨਵਜੋਤ ਜੀ, ਤੁਸੀਂ ਮੈਨੂੰ ਆਮ ਸਾਰੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਨੂੰ ਅਤੇ ਸਾਰੇ ਹੀ ਤੁਹਾਡੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਇੱਕ ਸ਼ਾਇਰ ਹੋਣ ਦੇ ਨਾਤੇ, ਕਵੀ ਹੋਣ ਦੇ ਨਾਤੇ ਤੁਸੀਂ ਪਾਸ਼ ਨੂੰ ਕਿਸ ਤਰ੍ਹਾਂ ਦੇ ਕਵੀ ਦੇ ਤੌਰ 'ਤੇ ਦੇਖਦੇ ਰਹੇ ਹੋ, ਪੜ੍ਹਦੇ ਰਹੇ ਹੋ? ਨਵਜੋਤ ਜੀ, ਪਾਸ਼ ਹੋਣ ਦਾ ਜਦੋਂ ਦੌਰ ਸ਼ੁਰੂ ਹੋਇਆ ਨਾ, ਉਦੋਂ ਆਪਾਂ ਜਾਣਦੇ ਹਾਂ ਕਿ ਨਕਸਲਵਾੜੀ ਲਹਿਰ ਚੱਲੀ ਸੀ 1967-68 ਵਿੱਚ ਜੀ। ਤਾਂ ਇਸ ਤੋਂ ਪਹਿਲਾਂ ਸੀ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਦਾ ਦੌਰ ਸੀ ਜੀ। ਉਹਨਾਂ ਦੀ ਕਵਿਤਾ ਜਿੱਥੇ ਰੋਮਾਂਸਵਾਦੀ ਸੀ ਉੱਥੇ ਇੱਕ ਰੋਮਾਂਸਵਾਦੀ ਆਦਰਸ਼ਵਾਦ ਸੀ ਜੀ। ਜਦੋਂ ਮੈਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸਦਾ ਕਿ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਨੇ ਆਪਣੀ ਕਵਿਤਾ, ਪ੍ਰਸਿੱਧ ਕਵਿਤਾ ਦੇਸ਼ ਪਿਆਰ ਵਿੱਚ, ਕਿ ਹੰਝੂ ਛੱਡਦੇ ਬਾਗਾਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ਜੀ, ਸਰੂ ਵਰਗੀ ਜਵਾਨੀ ਮੈਂ ਫੂਕਣੀ ਹੈ ਜੇ ਭੂੰਡ ਬਹਿ ਗਏ ਆ ਕੇ ਗੁਲਾਬ ਉੱਤੇ। ਅੱਛਾ, ਇਹ ਸੀ ਆਮ ਆਦਰਸ਼ਵਾਦ, ਇੱਕ ਦੇਸ਼ ਪ੍ਰਤੀ ਮੋਹ ਜੀ। ਪਰ ਪਾਸ਼ ਨੇ ਜਦੋਂ ਨਕਸਲਵਾੜੀ ਲਹਿਰ ਸਾਰੇ ਹਿੰਦੁਸਤਾਨ ਵਿੱਚ ਛਾ ਗਈ, ਪਰ ਉਹ ਲਹਿਰ ਅਸਫਲ ਹੋ ਗਈ ਕਿਉਂਕਿ ਉਹਦਾ ਜਿਹੜਾ ਆਧਾਰ ਸੀ ਇਸ ਕਰਕੇ ਨਹੀਂ ਬਣ ਸਕਿਆ ਕਿ ਉਹ ਜਿਹੜੇ ਨੇਤਾ ਲੋਕ ਸੀ ਉਹ ਆਮ ਲੋਕਾਂ 'ਚ ਨਹੀਂ ਜਾ ਸਕੇ, ਲੋਕਾਂ ਨੂੰ ਸਮਝਾ ਨਹੀਂ ਸਕੇ। ਜਿੱਦਾਂ ਕਿ ਆਪਾਂ ਜੇ ਰਸ਼ੀਆ ਦੀ ਗੱਲ ਕਰੀਏ ਜੀ, 1905 ਵਿੱਚ ਜਿਹੜਾ ਇਨਕਲਾਬ ਸੀ ਉਹ ਇਸੇ ਕਰਕੇ ਫੇਲ ਹੋ ਗਿਆ ਸੀ ਕਿ ਮਾਸ ਔਰਗੇਨਾਈਜੇਸ਼ਨ ਨਹੀਂ ਸੀ ਬਣ ਸਕੀ, ਅਤੇ ਫਿਰ ਅਕਤੂਬਰ 1917 ਵਿੱਚ ਇਨਕਲਾਬ ਆਇਆ। ਇਸੇ ਤਰ੍ਹਾਂ ਹੀ ਇਹ ਲਹਿਰ ਬੇਸ਼ੱਕ ਅਸਫਲ ਹੋ ਗਈ, ਨਕਸਲਵਾੜੀ ਲਹਿਰ, ਪਰ ਇਸ ਲਹਿਰ ਦਾ ਇਹ ਫਾਇਦਾ ਹੋਇਆ ਕਿ ਸਾਨੂੰ ਕੁਛ ਇੱਦਾਂ ਦੇ ਨਾਮਵਰ ਕਵੀ ਦੇ ਦਿੱਤੇ ਇਸ ਲਹਿਰ ਨੇ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਜਿਹੜੀ ਝੋਲੀ ਸੀ ਉਹ ਲਬਾਲਬ ਭਰ ਦਿੱਤੀ, ਜਿਨ੍ਹਾਂ ਵਿੱਚ ਸੰਤ ਰਾਮ ਉਦਾਸੀ, ਲੋਕ ਕਵੀ ਸੰਤ ਰਾਮ ਉਦਾਸੀ ਦੇ ਨਾਲ ਨਾਲ ਲਾਲ ਸਿੰਘ ਦਿਲ, ਅਮਰਜੀਤ ਚੰਦਨ, ਹਰਭਜਨ ਹਲਵਾਰਬੀ ਅਤੇ ਗੁਰਦੀਪ ਗਰੇਵਾਲ, ਅਤੇ ਸਾਡੇ ਇੱਥੇ ਕੈਨੇਡਾ 'ਚ ਰਹਿੰਦੇ ਸੁਰਿੰਦਰ ਧੰਜਲ। ਇਹਨਾਂ ਦੀ ਜਿਹੜੀ ਸ਼ਾਇਰੀ ਸੀ ਸਾਰੇ ਸ਼ਾਇਰਾਂ ਦੀ ਬਾ ਕਮਾਲ ਸ਼ਾਇਰੀ ਸੀ, ਬਹੁਤ ਹੀ ਇੱਕ ਇਨਕਲਾਬੀ ਤੱਤ ਸਨ ਸਾਰੀ ਸ਼ਾਇਰੀ ਵਿੱਚ ਜੀ। ਪਰ ਪਾਸ਼ ਛੋਟੀ ਉਮਰ ਵਿੱਚ ਇੰਨੀ ਉਹਨਾਂ ਨੇ ਵਿਲੱਖਣ ਕਵਿਤਾ ਲਿਖੀ ਕਿ ਬੇਸ਼ੱਕ ਸੰਤ ਰਾਮ ਉਦਾਸੀ ਉਹਨਾਂ ਤੋਂ ਸ਼ੋਹਰਤ ਜ਼ਿਆਦਾ ਲੈ ਗਏ ਆਪਣੀ ਆਵਾਜ਼ ਕਰਕੇ, ਪਰ ਜੋ ਚਿੰਤਨ ਦੀ ਗਹਿਰਾਈ ਪਾਸ਼ ਦੀ ਨਜ਼ਮ ਸੀ ਉਹ ਹੋਰ ਕਿਸੇ ਕਵੀ ਵਿੱਚ ਨਹੀਂ ਬਣ ਸਕੀ। ਪਾਸ਼ ਨੇ ਜਿਹੜੀ ਕਵਿਤਾ ਲਿਖੀ ਉਹ ਆਮ ਪੇਂਡੂ ਲੋਕ ਮੁਹਾਵਰਾ, ਲੋਕ ਬੋਲੀ, ਲੋਕ ਬਿੰਬ, ਲੋਕ ਤਸ਼ਬੀਹਾਂ 'ਚ ਲਿਖੀ ਕਵਿਤਾ। ਉਹ ਬੇਸ਼ੱਕ ਉਹ 'ਚ ਬੋਧਕਤਾ ਭਾਰੂ ਸੀ, ਪਰ ਥੋੜ੍ਹਾ ਜਿਹਾ ਜਿਹੜਾ ਰੋਸ਼ਨ ਦਿਮਾਗ ਆਦਮੀ ਸੀ ਉਹਨਾਂ ਦੀ ਕਵਿਤਾ ਨੂੰ ਸਹਿਜਤਾ ਨਾਲ ਸਮਝ ਸਕਦਾ ਸੀਗਾ। ਆਹੀ ਕਾਰਨ ਹੈ ਕਿ ਅੱਜ ਵੱਡੇ ਵੱਡੇ ਜਿਹੜੇ ਮੇਲੇ ਹੁੰਦੇ ਆ, ਪ੍ਰੋਗਰੈਸਿਵ ਮੇਲੇ ਹੁੰਦੇ ਆ ਜਾਂ ਤਰਕਸ਼ੀਲ ਮੇਲੇ ਹੁੰਦੇ ਆ, ਉਹਨਾਂ ਵਿੱਚ ਪਾਸ਼, ਸੰਤ ਰਾਮ ਉਦਾਸੀ ਜਾਂ ਲਾਲ ਸਿੰਘ ਦਿਲ ਦੀਆਂ ਕਿਤਾਬਾਂ ਧੜਾ ਧੜ ਵਿਕਦੀਆਂ। ਜੇ ਆਪਾਂ ਅੱਜ ਦੇ ਕੰਟੈਕਸਟ ਦੇ ਵਿੱਚ ਗੱਲ ਕਰਦੇ ਹਾਂ, ਮੈਂ ਪਹਿਲਾਂ ਵੀ ਇਹ ਗੱਲ ਕਰਕੇ ਹਟੀ ਹਾਂ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜੋ ਉਹ ਪਹਿਲਾਂ ਇੰਨੇ ਸਾਲ ਪਹਿਲਾਂ ਲਿਖ ਗਿਆ,
ਅੱਜ ਵੀ ਉਹ ਸਭ ਕੁਝ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਸ਼ਾਇਦ ਹਾਲਤ ਜਿਹੜੀ ਹੈ ਉਸ ਤੋਂ ਪਹਿਲਾਂ ਨਾਲੋਂ ਵੀ ਉਹ ਬਦਤਰ ਹੋ ਗਈ ਹੈ। ਜੇ ਆਪਾਂ ਭਾਰਤ ਦੇ ਹਾਲਾਤ ਦੀ ਗੱਲ ਕਰਦੇ ਹਾਂ, ਕਿਸਾਨਾਂ ਦੀ ਗੱਲ ਕਰਦੇ ਹਾਂ, ਕਿਰਤੀਆਂ ਦੀ ਗੱਲ ਕਰਦੇ ਹਾਂ, ਕੁਝ ਬਿਹਤਰ ਨਹੀਂ ਹੋਇਆ। ਉਹਦੀਆਂ ਕਵਿਤਾਵਾਂ ਅੱਜ ਜਦੋਂ ਪੜ੍ਹੀਆਂ ਜਾਂਦੀਆਂ, ਦੇਖੀਆਂ ਜਾਂਦੀਆਂ, ਇਵੇਂ ਲੱਗਦਾ ਜਿਵੇਂ ਅੱਜ ਬੈਠ ਕੇ ਲਿਖ ਰਿਹਾ ਹੋਵੇ। ਹਾਂਜੀ, ਦੇਖੋ ਜਦੋਂ ਨਿਜ਼ਾਮ ਤਾਂ ਬਦਲਿਆ ਨਹੀਂ ਨਾ, ਅੱਜ ਤੋਂ ਜੇ 30-40 ਸਾਲ ਪਹਿਲਾਂ ਪਾਸ਼ ਇੱਦਾਂ ਕਵਿਤਾ ਲਿਖਦੇ ਨੇ ਜੀ, ਤੇ ਉਹ ਇਹੀ ਭਵਿੱਖਬਾਣੀ ਕਰਦੇ ਸੀ ਕਿ ਜਿਹੜੀ ਇਹ ਮੌਜੂਦਾ ਸਰਕਾਰਾਂ ਨੇ, ਇਹ ਜਿਹੜੀਆਂ ਨੇ ਇਹ ਲੋਕਾਂ ਨੂੰ ਲੁੱਟ ਖਸੁੱਟ ਕਰਨ ਵਾਲੀਆਂ ਸਰਕਾਰਾਂ ਨੇ ਜੀ। ਇਹ ਮਲਟੀਨੈਸ਼ਨਲ ਕੰਪਨੀਆਂ ਨੇ, ਉਹਨਾਂ ਨੂੰ ਬੜਾਵਾ ਦੇਣ ਲਈ, ਉਹਨਾਂ ਦੇ ਪ੍ਰੋਫਿਟ ਲਈ ਇਹ ਸਭ ਕੁਛ ਕਰ ਰਹੀਆਂ ਨੇ। ਇਹ ਜੇ ਸਰਮਾਏਦਾਰੀ ਹੈ, ਇਹ ਕਦੇ ਵੀ ਲੋਕ ਹਿੱਤਾਂ ਲਈ ਨਹੀਂ ਹੋ ਸਕਦੀ। ਇਸ ਲਈ ਮੈਂ ਤੁਹਾਨੂੰ ਦੀ ਇੱਕ ਨਜ਼ਮ ਜਿੱਦਾਂ ਬੜੀ ਚਰਚਿਤ ਹੈ ਜੀ, ਉਹਦੇ ਕੁਛ ਹਿੱਸੇ ਸੁਣਾਉਣਾ ਚਾਹਾਂਗਾ। ਜ਼ਰੂਰ। ਕਿ ਨਜ਼ਮ ਹੈ ਜੀ, ਇਨਕਾਰ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸੰਵਾਦਾਂ ਦੀ ਗੱਲ ਕਰਾਂਗਾ, ਜਿਨ੍ਹਾਂ ਦੇ ਹੜ 'ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਅਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ। ਮੈਂ ਤਾਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਕਰਾਂਗਾ। ਮੈਂ ਦਲਾਨ ਦੇ ਖੂੰਜੇ 'ਚ ਪਈ ਸੋਹਣੀ ਦੀ ਫਸਲ ਅਤੇ ਦਲਾਨ ਦੇ ਬੂਹੇ 'ਤੇ ਖੜ੍ਹੇ ਸਿਆਲ ਦੀ ਹੀ ਗੱਲ ਕਰਾਂਗਾ। ਬਹੁਤ ਖੂਬ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਖਿੜਨ ਵਾਲੇ ਫੁੱਲਾਂ ਦੀਆਂ ਕਿਸਮਾਂ ਦੇ ਨਾਂ 'ਤੇ ਪਿੰਡ ਦੀਆਂ ਕੁੜੀਆਂ ਦੇ ਨਾਂ ਧਰਾਂਗਾ। ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ, ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ ਅਤੇ ਉਸਦੇ ਪੂਰੇ ਆਪਣੇ ਚਿੜੀਆ ਘਰ ਦੀ ਜੋ ਮੈਂ ਆਪਣੇ ਹਿੱਕ ਉੱਤੇ ਪਾਲ ਰੱਖਿਆ ਹੈ। ਮੈਂ ਜੱਟਾਂ ਦੇ ਸਾਧ ਹੋਵਣ ਤੋਂ ਉਹਨਾਂ ਦਾ ਸਫ਼ਰ ਹਾਂ। ਮੈਂ ਬੁੱਢੇ ਮੋਚੀ ਦੀ ਗੁੰਮ ਹੋਈ ਅੱਖਾਂ ਦੀ ਲੋਹ ਹਾਂ। ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ। ਇਹ ਜਿਹੜਾ ਦੇਖੋ ਕਿ ਜਿੱਥੇ ਉਹ ਲਿਖਦੇ ਆ ਕਿ ਗਰੀਬਣੀ ਦੀ ਹਿੱਕ ਵਾਂਗ ਪਿਚਕੇ ਹੋਏ ਗੰਨੇ, ਇੱਦਾਂ ਦੀ ਤਸ਼ਬੀਹ ਕੌਣ ਦਊਗਾ? ਮਤਲਬ ਹੈ ਨਾ, ਇਹ ਜਿਹੜਾ ਯਥਾਰਥ ਸੀਗਾ ਸਾਡੀ ਅੰਤਾਂ ਦੀ ਨਪੀੜੀ ਜਾ ਰਹੀ ਲੁਕਾਈ ਦਾ ਦਰਦ ਉਹਨੇ ਬਿਆਨਿਆ ਆਪਣੀ ਸ਼ਾਇਰੀ ਵਿੱਚ। ਪਰ ਇਹ ਜਿਹੜੀ ਪੋਇਟਰੀ ਜਦੋਂ ਮੈਂ ਵੀ ਪੜ੍ਹਦੀ ਹਾਂ, ਇਹ ਗੱਲਾਂ ਬਿਲਕੁਲ ਦਿਲ ਨੂੰ ਲੱਗਦੀਆਂ, ਦਿਲ ਨੂੰ ਛੂਹਦੀਆਂ ਹੈਗੀਆਂ। ਪਾਸ਼ ਦਾ ਵਿਰੋਧ ਕਿਹੜੀ ਗੱਲੋਂ ਸੀ ਫਿਰ? ਕਈ ਲੋਕ ਵਿਰੋਧ ਕਰਦੇ ਨੇ, ਅੱਜ ਵੀ ਵਿਰੋਧ ਕਰਦੇ ਨੇ। ਉਹ ਪਾਸ਼ ਦਾ ਐਜ਼ ਅ ਪਰਸਨ ਵਿਰੋਧ ਕਰਦੇ ਆ ਜਾਂ ਉਹਦੀ ਕੋਈ ਪੋਇਟਰੀ ਦੇ ਵਿੱਚ ਹੀ ਉਹਨਾਂ ਨੂੰ ਇਤਰਾਜ਼ ਸੀ? ਕੌਣ ਲੋਕ ਸਨ ਜਿਹੜੇ ਵਿਰੋਧ ਕਰਦੇ ਸਨ? ਪਾਸ਼ ਦਾ ਵਿਰੋਧ ਉਹਨਾਂ ਨੇ ਕੀਤਾ ਜਿਹਨਾਂ ਨੂੰ ਪਾਸ਼ ਦੀ ਕਵਿਤਾ ਦੀ ਸਮਝ ਨਹੀਂ ਹੈਗੀ। ਠੀਕ ਹੈ ਨਾ। ਅਗਰ ਪਾਸ਼ ਦਾ ਕਤਲ ਹੁੰਦਾ ਆ ਤਾਂ ਕਾਤਲਾਂ ਨੂੰ ਇਹ ਨਹੀਂ ਪਤਾ ਕਿ ਪਾਸ਼ ਲਿਖਦਾ ਕੀ ਸੀ। ਉਹ ਤਾਂ ਉਦੋਂ ਇੱਕ ਸੀ ਬਈ ਇੱਕ ਕਿਊਮਿਸਟ ਇਨਕਲਾਬੀ ਕਵੀ ਹੈ, ਬਾਹਰੋਂ ਆਇਆ ਹੈ ਜੀ, ਅਤੇ ਉਹ ਚਰਚਿਤ ਨਾਂ ਆ ਅਤੇ ਉਹ ਕਿਊਮਿਸਟ ਹੈ, ਇਸ ਕਰਕੇ ਇਹਨੂੰ ਮਾਰ ਦਿਓ, ਚਰਚਾ 'ਚ ਨਾ ਆਊਗਾ ਅਤੇ ਅਸੀਂ ਵੀ ਸਾਡੀ ਸ਼ੋਹਰਤ ਮਿਲੂਗੀ। ਉਹਦੀ ਧੀ ਬਿੰਕਲ ਆ ਜੀ ਹੋਈ, ਮੇਰਾ ਮਤਲਬ ਹੋਈ ਤੋਂ ਭਾਵ ਬਈ ਤੇ ਬਿੰਕਲ ਨੇ ਕਿਹਾ ਸੀ ਇੱਕ ਵਾਰੀ ਇੰਟਰਵਿਊ ਵਿੱਚ ਕਿ ਬੇਟਾ ਤੇਰੇ ਕਿਹਨੂੰ ਕੌਣ ਜੀ ਮਾਰਨ ਵਾਲੀ? ਉਹ ਕਹਿੰਦੇ ਕੋਈ ਅਨਪੜ੍ਹ ਸੀ। ਅੱਛਾ। ਕਾਸ਼ ਪਾਸ਼ ਦੀ ਕਵਿਤਾ ਨੂੰ ਸਮਝਣ ਵਾਲੇ ਹੁੰਦੇ ਤਾਂ ਸ਼ਾਇਦ ਉਹ ਕਦੇ ਵੀ ਇਹ ਕਤਲ ਨਾ ਕਰਦੇ। ਡਾਕਟਰ ਰਘਵੀਰ ਸਿੰਘ ਸਿਰਜਣਾ ਬਹੁਤ ਵੱਡੇ ਚਿੰਤਕ ਨੇ, ਬੁੱਧੀਜੀਵੀ ਨੇ ਸਾਡੇ ਪੰਜਾਬੀ ਅਦਬ ਵਿੱਚ। ਉਹ ਇੱਕ ਜਗ੍ਹਾ ਲਿਖਦੇ ਆ ਕਿ ਪਾਸ਼ ਨੂੰ ਮਾਰਨ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਪੰਜਾਬੀਅਤ ਨਾਲ ਕਿੱਡਾ ਵੱਡਾ ਧਰੋਹ ਕਮਾਇਆ ਹੈ, ਕਿੰਨਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ। ਸੋ ਉਹਨਾਂ ਦਾ ਵਿਰੋਧ ਜਿਹੜਾ ਸੀ ਨਾ, ਉਹ ਅਣਜਾਣੇ ਵਿੱਚ ਸੀ। ਅਤੇ ਮੈਂ ਇੱਥੇ ਵੀ ਕਹਿਣ ਵਿੱਚ ਮੈਂ ਕੋਈ ਅਤਕਥਨੀ ਨਹੀਂ ਕਹਾਂਗਾ ਕਿ ਖਾਲਿਸਤਾਨ ਕਮਾਂਡੋ ਫੋਰਸ ਦਾ ਜਨਰਲ ਲਾਭ ਸਿੰਘ ਜਦੋਂ ਉਹਦਾ ਮੁਕਾਬਲਾ ਬਣਿਆ, ਉਹਦੇ ਕੋਲ ਇੱਕ ਡਾਇਰੀ ਫੜੀ ਗਈ। ਅੱਛਾ। ਡਾਇਰੀ ਵਿੱਚ ਲਿਖਿਆ ਹੋਇਆ ਸੀ ਕਿ ਪਾਸ਼ ਨੂੰ ਮਾਰਨਾ ਸਾਡੀ ਵੱਡੀ ਗਲਤੀ ਸੀ। ਮੇਰਾ ਖਿਆਲ ਹੈ ਹੁਣ ਇਹ ਤੋਂ ਬਾਅਦ ਆਪਾਂ ਕੀ ਕਹਿ ਸਕਦੇ ਹਾਂ। ਅੱਛਾ, ਕਈ ਥਾਵਾਂ 'ਤੇ ਪਾਸ਼ ਆਪਣੀਆਂ ਕਵਿਤਾਵਾਂ ਦੇ ਵਿੱਚ ਹੀ ਆਪਣੀਆਂ ਕਵਿਤਾਵਾਂ ਦਾ ਜ਼ਿਕਰ ਕਰਦਾ। ਹਾਂਜੀ। ਕਈ ਵਾਰ ਸੰਬੋਧਨ ਉਹ ਹੁੰਦਾ ਆ ਕਿ ਵੀ ਕਦੇ ਆਪਣੀ ਮਹਿਬੂਬਾ ਨੂੰ ਉਹ ਸੰਬੋਧਿਤ ਹੋ ਰਿਹਾ ਕਿ ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ।
ਕਵਿਤਾ ਦਾ ਜ਼ਿਕਰ ਉਹ ਵਾਰ-ਵਾਰ ਕਰਦਾ, ਕਵਿਤਾਵਾਂ ਦੇ ਵਿੱਚ ਹੀ ਕਵਿਤਾ ਦਾ ਜ਼ਿਕਰ ਕਰ ਰਿਹਾ। ਹਾਂਜੀ। ਕਦੇ ਉਹਨੇ ਕਵਿਤਾਵਾਂ ਤੋਂ ਇਲਾਵਾ ਹੋਰ ਵੀ ਕਦੇ ਆਪਣੇ ਕਵਿਤਾ ਬਾਰੇ ਕਿਤੇ ਵਿਚਾਰ ਰੱਖੇ ਆ, ਜੇ ਕਦੇ ਤੁਹਾਨੂੰ ਸੁਣਨ ਦਾ ਮੌਕਾ ਮਿਲਿਆ ਹੋਊਗਾ ਜਾਂ ਪੜ੍ਹਨ ਦਾ ਮੌਕਾ ਮਿਲਿਆ? ਹਾਂ, ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਚਿੱਠੀਆਂ ਆ ਛਪੀਆਂ ਸੀਗੀਆਂ ਕਿਤਾਬ ਜਾਂ ਜੇਲ੍ਹ ਦੀ ਡਾਇਰੀ ਵਿੱਚ ਵੀ ਛਪੀਆਂ। ਇੱਕ ਜਗ੍ਹਾ ਉਹ ਲਿਖਦੇ ਆ ਪਾਸ਼, ਉਹਨਾਂ ਨੇ ਆਪਣਾ ਨਾ, ਉਹਦੇ ਪਿਤਾ ਜੀ ਸੀਗੇ ਸੋਹਣ ਸਿੰਘ ਸੰਧੂ, ਉਹ ਫੌਜ ਵਿੱਚ ਸੀਗੇ ਮੇਜਰ ਸੂਬੇਦਾਰ, ਅਤੇ ਉਹ ਆਪ ਵੀ ਨਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉਹ ਕਵਿਤਾ ਲਿਖਦੇ ਸੀਗੇ। ਅੱਛਾ। ਅਤੇ ਉਹ ਕਿਉਂਕਿ ਉਹ ਫਿਰ ਛੰਦਬੰਦੀ ਕਵਿਤਾ ਸੀਗੀ, ਨਾ ਹੀ ਉਹਨਾਂ ਨੇ ਕਿਤੇ ਛਪਾਉਣ ਦੀ ਕੋਸ਼ਿਸ਼ ਕੀਤੀ, ਅਤੇ ਉਹ ਤੋਂ ਇਹ ਪਾਸ਼ ਦਾ ਆਪਣੇ ਪਿਤਾ ਦਾ ਵੀ ਪ੍ਰਭਾਵ ਸੀ ਉਹਨਾਂ 'ਤੇ। ਅਤੇ ਉਹਨਾਂ ਨੇ ਇੱਕ ਚਿੱਠੀ 'ਚ ਲਿਖਿਆ ਸੀ ਪਾਸ਼ ਨੂੰ, ਪਾਸ਼ ਉਹਨਾਂ ਨੇ ਲਿਖਿਆ ਸੀ ਕਿ ਕੁਝ ਲੋਕ 60 ਸਾਲਾਂ ਤੋਂ ਲਿਖ ਰਹੇ ਹਨ, ਪਰ ਉਹਨਾਂ ਦਾ ਨਾਂ ਇੱਕ ਸੀਮਤ ਦਾਇਰੇ ਤੱਕ ਹੀ ਹੈ। ਅੱਛਾ। ਮੈਂ ਆਮ ਪੇਂਡੂ ਲੋਕਾਂ ਵਿੱਚ ਵਿਚਰ ਕੇ ਤੀਖਣਤਾ ਨਾਲ ਉਹਨਾਂ ਦੀਆਂ ਤਲਖੀਆਂ ਦਾ ਅਧਿਐਨ ਕਰਕੇ ਕਵਿਤਾ ਲਿਖੀ ਹੈ। ਇਹੋ ਕਾਰਨ ਹੈ ਕਿ ਤੁਹਾਡਾ 25 ਸਾਲਾ ਪੁੱਤਰ ਜਦੋਂ ਕਿਸੇ ਵੱਡੇ ਸਾਹਿਤਕ ਸਮਾਗਮ ਵਿੱਚ ਜਾਂਦਾ ਹੈ ਤਾਂ ਹਜ਼ਾਰਾਂ ਲੋਕ ਸਤਿਕਾਰ ਵਜੋਂ ਉੱਠ ਕੇ ਖੜੇ ਹੋ ਜਾਂਦੇ ਹਨ। ਇਹ ਸ਼ਬਦ ਮਤਲਬ ਕਵਿਤਾ ਦੇ ਥੰਮ ਪਾਸ਼ ਨੇ ਆਪਣੇ ਪਿਤਾ ਜੀ ਨੂੰ ਲਿਖੇ ਸਨ। ਅਤੇ ਜੋ ਤੁਸੀਂ ਸਵਾਲ ਕੀਤਾ ਹੈ, ਉਸੇ ਸੰਦਰਭ ਵਿੱਚ ਉਹਨਾਂ ਨੇ ਠੀਕ ਆਪਣੀ ਸਭੇ ਨੂੰ ਸੰਬੋਧਨ ਹੋ ਕੇ ਆਪਣੀ ਸ਼ਾਇਰੀ ਦੀ ਗੱਲ ਕੀਤੀ ਆ। ਜਿਹਨਾਂ ਉੱਥੇ ਮੈਂ ਉਹਨਾਂ ਦੀ ਇੱਕ ਨਜ਼ਮ ਦੇ ਚੰਦ ਟੁਕੜੇ ਸੁਣਾਉਣਾ ਚਾਹਾਂਗਾ ਕਿ ਮੈਂ ਜਦੋਂ ਪਹਿਲਾਂ ਜ਼ਿਕਰ ਕੀਤਾ ਕਿ ਉਦੋਂ ਰੋਮਾਂਸਵਾਦੀ ਆਦਰਸ਼ਵਾਦੀ ਸ਼ਾਇਰੀ ਦਾ ਦੌਰ ਸੀ, ਅਤੇ ਇਸੇ ਸੰਦਰਭ ਵਿੱਚ ਪਾਸ਼ ਕਿੱਦਾਂ ਲਿਖਦੇ ਨੇ ਜੀ। ਤੈਨੂੰ ਪਤਾ ਨਹੀਂ ਮੈਂ ਸ਼ਾਇਰੀ ਵਿੱਚ ਕਿਵੇਂ ਗਿਣਿਆ ਜਾਂਦਾ ਹਾਂ, ਜਿਵੇਂ ਕਿਸੇ ਭਖੇ ਹੋਏ ਮੁਜਰੇ 'ਚ ਕੋਈ ਹੱਡਾ ਰੋੜੀ ਦਾ ਕੁੱਤਾ ਆ ਬੜੇ। ਬਿਲਕੁਲ। ਤੇਰੇ ਭਾਣੇ ਮੈਂ ਕਿਸੇ ਖਤਰਨਾਕ ਪਾਰਟੀ ਲਈ ਖਬਰੇ ਕੀ ਲਿਖਦਾ ਰਹਿੰਦਾ ਹਾਂ, ਅੱਧੀ ਰਾਤ ਤੱਕ ਲਾਟੂ ਜਗਾਈ, ਤੈਨੂੰ ਪਤਾ ਨਹੀਂ ਮੈਂ ਕਵਿਤਾ ਕੋਲ ਕਿਵੇਂ ਜਾਂਦਾ ਹਾਂ। ਕੋਈ ਪੇਂਡੂ ਰਕਾਨ ਘਸ ਚੁੱਕੇ ਫੈਸ਼ਨ ਦਾ ਨਵਾਂ ਸੂਟ ਪਾਈ, ਜਿਵੇਂ ਭਵੱਤਰੀ ਹੋਈ ਸ਼ਹਿਰ ਦੀਆਂ ਹੱਟੀਆਂ 'ਤੇ ਚੜ੍ਹਦੀ ਹੈ। ਬਹੁਤ ਵਧੀਆ। ਮੈਂ ਕਵਿਤਾ ਕੋਲੋਂ ਮੰਗਦਾ ਹਾਂ ਤੇਰੇ ਲਈ 9 ਪਾਲਿਸ਼ ਦੀ ਸ਼ੀਸ਼ੀ, ਛੋਟੀ ਭੈਣ ਲਈ ਰੰਗਦਾਰ ਕਢਾਈ ਵਾਲਾ ਧਾਗਾ, ਅਤੇ ਬਾਪੂ ਦੇ ਮੋਤੀਏ ਲਈ ਕੋੜਾ ਦਾਰੂ। ਕਵਿਤਾ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਸ਼ਰਾਰਤ ਸਮਝਦੀ ਹੈ। ਸੋ ਇਹ ਇੱਕ ਹਿੱਸਾ ਹੈ, ਸੰਬੋਧਨੀ ਸੁਰ ਉਹਨਾਂ ਦਾ ਇਸ ਤਰ੍ਹਾਂ ਹੁੰਦਾ ਸੀ ਆਮ ਸ਼ਾਇਰੀ ਵਿੱਚ ਆਪਣੀਆਂ ਨਜ਼ਮਾਂ ਬਾਰੇ। ਪਾਸ਼ ਦੀਆਂ ਜਿਹੜੀਆਂ ਕਵਿਤਾਵਾਂ, ਉਹਨਾਂ ਦਾ ਟਰਾਂਸਲੇਸ਼ਨ ਵੀ ਮੇਰੇ ਖਿਆਲ ਕਈ ਲੈਂਗੁਏਜਿਸ ਦੇ ਵਿੱਚ ਹੋਇਆ। ਬਹੁਤ ਭਾਸ਼ਾ ਵਿੱਚ ਲੰਘਿਆ ਹੋਇਆ, ਕੰਨੜ ਵਿੱਚ, ਗੁਜਰਾਤੀ ਵਿੱਚ, ਵਿਦੇਸ਼ੀ ਭਾਸ਼ਾ 'ਚ ਵੀ ਹੋਇਆ, ਰਸ਼ੀਅਨ ਲੈਂਗੁਏਜ ਵਿੱਚ ਵੀ ਹੋਇਆ। ਇਹ ਕਿਉਂਕਿ ਪਾਸ਼ ਨੂੰ ਜਿੱਦਾਂ ਆਪਾਂ ਲੋਰਕਾਂ ਨੂੰ ਯਾਦ ਕਰਦੇ ਹਾਂ, ਜਿੱਦਾਂ ਆਪਣੇ ਗੋਰਕੀ ਆ, ਹਾਂਜੀ, ਇਸੇ ਤਰ੍ਹਾਂ ਹੀ ਇਹ ਇੱਕ ਜਿੱਦਾਂ ਫੈਜ਼ ਅਹਿਮਦ ਫੈਜ਼ ਦੇ ਮੁਕਾਬਲੇ ਦਾ ਸ਼ਾਇਰ ਬਣ ਗਿਆ ਸੀ। ਇਹ ਅੰਤਰਰਾਸ਼ਟਰੀ ਸ਼ਾਇਰ ਸੀ, ਇਹ ਮਤਲਬ ਬਣ ਗਿਆ ਨੇ। ਜਿਹੜਾ ਫਲਸਫਾ ਸੀ ਇਹਨਾਂ ਦਾ ਉਹ ਅੰਤਰਰਾਸ਼ਟਰੀ ਮੁਕਾਬਲੇ 'ਤੇ ਸੀ। ਸੋ ਪੰਜਾਬੀ ਕਵਿਤਾ ਨੂੰ ਇਹਨਾਂ ਨੂੰ ਬਹੁਤ ਮੈਂ ਮਤਲਬ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ, ਇਹਨਾਂ ਦੀ ਕਵਿਤਾ ਹੋਈ। ਅੰਮ੍ਰਿਤ ਦੀਵਾਨਾ ਹੁਣਾਂ ਤੋਂ ਅਗਲੀ ਗੱਲ ਮੈਂ ਪੁੱਛਣ ਤੋਂ ਪਹਿਲਾਂ ਇਹਨਾਂ ਦੀ ਹੀ ਇਜਾਜ਼ਤ ਦੇ ਨਾਲ, ਅੰਮ੍ਰਿਤ ਦੀਵਾਨਾ ਜੀ, ਜੇ ਤੁਸੀਂ ਕਹਿੰਦੇ ਹੋ ਕਿ ਇੱਕ ਪਾਸ਼ ਦੀ ਕਵਿਤਾ ਹੈ ਜਿਹਦਾ ਟਾਈਟਲ ਹੀ ਜਨਮ ਦਿਨ ਹੈ, ਅੱਜ ਜਨਮ ਦਿਨ ਦੇ ਮੌਕੇ 'ਤੇ ਜਨਮ ਦਿਨ ਜਿਹੜੀ ਕਵਿਤਾ ਮੈਂ ਜ਼ਰੂਰ ਪੜ੍ਹਨੀ ਚਾਹੂੰਗੀ। ਹਾਂ, ਜ਼ਰੂਰ। ਪਾਸ਼ ਨੇ ਲਿਖਿਆ, ਕਹਿੰਦਾ, ਵਰਿਆਂ ਦੇ ਮੋਢੇ ਉੱਤੇ ਹੱਥ ਰੱਖ ਕੇ ਤੁਰਦੀ ਰਹੀ ਜੰਮਣ ਦੀ ਲਾਲਸਾ, 19 ਕਦਮ ਚੱਲ ਕੇ ਵੀ ਮੈਨੂੰ ਜਨਮਣ ਦਾ ਸਮਾਨ ਨਾ ਮਿਲਿਆ, ਸਿਰਫ ਅੱਖਰਾਂ ਦਾ ਭਾਰ, ਨਾਵਾਂ ਦਾ ਸਫ਼ਰ ਕੀਤਾ। ਇੱਕ ਨਾਂ ਮੇਰੀ ਮਾਂ ਦਾ ਸੀ, ਇੱਕ ਪਿਤਾ ਦਾ, ਕੁਝ ਯਾਰਾਂ ਦੇ ਸਨ, ਕੁਝ ਨਾਂ ਯਾਰਾਂ ਦੇ ਸਨ, ਕੁਝ ਸ਼ਹਿਰਾਂ ਦੇ ਅਤੇ ਕੁਝ ਸੜਕਾਂ ਦੇ। ਇਹ ਸਾਰੇ ਨਾਂ ਰਾਰੇ ਤੋਂ ਸ਼ੁਰੂ ਹੁੰਦੇ, ਜਿਨ੍ਹਾਂ ਤੋਂ ਇੱਕ ਸ਼ਬਦ ਰਵਾਇਤ ਬਣਦਾ ਸੀ, ਪਰ ਕੋਈ ਵੀ ਨਾਂ ਜੀਵਨ ਨਹੀਂ ਸੀ ਜੋ ਜੱਜੇ ਤੋਂ ਸ਼ੁਰੂ ਹੁੰਦਾ। ਪਰ ਜਦ ਨਾਂ ਜਨਮਣ ਦਾ ਅਹਿਸਾਸ ਦਰਦ ਬਣ ਗਿਆ ਤਾਂ 20ਵਾਂ ਕਦਮ ਸਾਵੇਂ ਸੀ। ਮੈਂ ਜੱਜੇ ਦੇ ਖਿੰਡਰੇ ਸ਼ਬਦ ਅੰਗਾਂ 'ਚ ਸੰਗੀਤ ਭਰਨਾ ਸੀ। ਹਵਾ ਵਿੱਚ ਐਟਮੀ ਧੂੜ ਸੀ ਅਤੇ ਆਕਾਸ਼ ਵਿੱਚ ਅੱਖਾਂ ਉੱਗ ਆਈਆਂ ਸਨ। ਸ਼ਬਦਾਂ ਦੇ ਪੁੰਨ ਤੇ ਪਾਪ ਦਾ ਮੇਰੀ ਕੌਮ ਕਰਦੀ ਪਈ ਸੀ ਸਫ਼ਰ। ਮੈਂ ਬੰਨ੍ਹ ਲਏ ਸਾਰੇ ਨਾਂ ਆਪਣੀ ਪਿੱਠ 'ਤੇ ਅਤੇ ਤੈਰਿਆ ਮਸ਼ਕ ਵਾਂਗ ਆਪਣੇ ਲਹੂ ਦੇ ਸਾਗਰ ਵਿੱਚ। ਜਿੱਥੇ ਮੇਰਾ 20ਵਾਂ ਕਦਮ ਮੁੱਕਦਾ ਸੀ, ਉੱਥੇ ਜੇਲ੍ਹ ਸੀ। ਅਤੇ ਇੰਝ 21ਵੇਂ ਵਰ੍ਹੇ ਦੀ ਸਰਦਲ 'ਚ ਮੈਂ ਜੱਜਾਂ ਦੇ ਭਾਰ ਨਾਲ ਟੱਪਿਆ ਹਾਂ, ਜਿਸ ਤੋਂ ਇੱਕ ਸ਼ਬਦ ਜਨਮ ਬਣਦਾ ਹੈ ਅਤੇ ਇੱਕ ਜੀਵਨ, ਅਤੇ 20 ਦੇ 20 ਵਰ੍ਹੇ
ਇਸ ਨਵਜਨਮੇ ਮਨੁੱਖ ਨੂੰ ਗੋਦੀ 'ਚ ਪਾ ਕੇ ਲੋਰੀ ਗਾਉਂਦੇ ਹਨ ਅਤੇ ਨਾਲ ਘੁਲ ਜਾਂਦਾ ਹੈ ਕੈਦੀਆਂ ਸਾਥੀਆਂ ਦਾ ਬੇੜੀਆਂ ਛਣਕਾ ਕੇ ਗਾਇਆ ਜਨਮ ਦਿਨ ਮੁਬਾਰਕ ਦਾ ਗੀਤ। ਬਹੁਤ ਖੂਬ। ਇਹ ਜਨਮ ਦਿਨ ਕਵਿਤਾ ਪਾਸ਼ ਉਹਨਾਂ ਦੀ ਸੀ, ਪਰ ਮੈਂ ਪਹਿਲਾਂ ਗੱਲ ਕਰ ਰਹੀ ਸੀ ਅੰਮ੍ਰਿਤ ਦੀਵਾਨਾ ਉਹਨਾਂ ਦੇ ਨਾਲ ਕਿ ਸ਼ਾਇਦ ਆਪਣੇ ਕਤਲ ਦਾ ਅੰਦਾਜ਼ਾ ਵੀ ਪਾਸ਼ ਨੂੰ ਸੀ, ਕਿਤੇ ਨਾ ਕਿਤੇ ਸੰਕੇਤ ਦਿੱਤਾ ਉਹਨੇ ਆਪਣੀ ਸ਼ਾਇਰੀ ਦੇ ਵਿੱਚ। ਮੈਨੂੰ ਲੱਗਦਾ ਉਹ ਵੀ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਾਂ ਜ਼ਰੂਰ ਸਾਂਝੀ ਕਰੀਏ ਉਹਨਾਂ ਦੀ ਕਵਿਤਾ। ਹਾਂਜੀ, ਜਿਹੜੀ ਤੁਸੀਂ ਗੱਲ ਕਹੀ ਨਾ ਕਿ ਉਹਨਾਂ ਨੇ ਆਪਣੀ ਸ਼ਾਇਰੀ ਵਿੱਚ ਕਤਲ ਦਾ ਜ਼ਿਕਰ ਕੀਤਾ। ਹਾਂ, ਇਸ ਤਰ੍ਹਾਂ ਹੈ ਕਿ ਜਿਹੜੀ ਉਹ ਵਿਚਾਰਧਾਰਾ ਨਾਲ ਸੰਬੰਧਿਤ ਸੀ ਨਾ ਨਕਸਲਵਾੜੀ ਲਹਿਰ, ਉਦੋਂ ਉਹਨਾਂ ਦੇ ਕਈ ਦੋਸਤਾਂ ਨੂੰ ਉਦੋਂ ਪੁਲਿਸ ਨੇ, ਸਰਕਾਰ ਨੇ, ਪ੍ਰਸ਼ਾਸਨ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸੀ, ਕਿਉਂਕਿ ਉਹ ਖੁਦ ਅੱਛਾ ਲਿਖਦੇ ਸੀ, ਇਨਕਲਾਬੀ ਇੰਨਾ ਵਧੀਆ ਲਿਖਦੇ ਸੀ ਪਾਸ਼ ਜੀ ਕਿ ਉਹ ਜਿਹੜੀ ਸਤਾ ਸੀ ਉਹਨੂੰ ਮਨਜ਼ੂਰ ਨਹੀਂ ਸੀ। ਇਹ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਖਦਸ਼ਾ ਸੀ ਕਿ ਮੇਰੇ 'ਤੇ ਵੀ ਮੇਰਾ ਕਤਲ ਹੋ ਸਕਦਾ ਆ, ਸਰਕਾਰੀ ਤੌਰ 'ਤੇ ਜਾਂ ਗੈਰ ਸਰਕਾਰੀ ਤੌਰ 'ਤੇ। ਬਿਲਕੁਲ ਉਹਨਾਂ ਨੂੰ ਝੂਠੇ ਕਤਲ ਕੇਸ 'ਚ ਫਸਾਇਆ ਗਿਆ, ਕਈ ਸਾਲ ਉਹ ਜੇਲ੍ਹ 'ਚ ਰਹੇ। ਉਸ ਤੋਂ ਬਾਅਦ ਫਿਰ ਜਦੋਂ ਰਿਹਾਈ ਤੋਂ ਬਾਅਦ ਐਮਰਜੈਂਸੀ ਖਤਮ ਹੁੰਦੀ ਆ, ਉਹ ਜਾਂਦੇ ਨੇ ਅਮਰੀਕਾ। ਅਮਰੀਕਾ ਉੱਥੇ ਜੋ ਆਮ ਲਹਿਰ ਚੱਲ ਰਹੀ ਸੀਗੀ ਪੰਜਾਬ ਵਿੱਚ, ਖਾਲਿਸਤਾਨ ਦੀ ਲਹਿਰ ਸੀ, ਉੱਥੇ ਇਹਨਾਂ ਨੇ ਕਿ anti-47 ਇੱਕ ਅਖਬਾਰ ਕੱਢਣੀ ਸ਼ੁਰੂ ਕਰ ਦਿੱਤੀ। ਅੱਛਾ, ਪਰਚਾ ਛੋਟਾ ਜਿਹਾ। ਉਹਦਾ ਮਤਲਬ ਇਹ ਸੀ ਕਿ ਸਾਨੂੰ ਫਿਰਕਾ ਪ੍ਰਸਤੀ ਦਾ ਅਸੀਂ ਵਿਰੋਧ ਕਰਨਾ ਆ, ਅਸੀਂ ਹਿੰਦੂ ਸਿੱਖ ਸਾਰੇ ਭਰਾ ਆ। ਅਤੇ ਇਹ ਵੀ ਇੱਕ ਜਿਹੜਾ ਉਹਨਾਂ ਦੇ ਕਾਤਲਾਂ ਦੇ ਵਿੱਚ ਸੀ ਇੱਕ ਰੰਜਿਸ਼ ਕਿ ਇਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਸਾਡਾ ਇੱਕ ਕਿਸਮ ਦਾ ਵਿਰੋਧ ਹੀ ਹੋ ਰਿਹਾ ਹੈ। ਅਤੇ ਇਸ ਤਰ੍ਹਾਂ ਹੀ ਉਹਨਾਂ ਨੇ ਫਿਰ ਕਵਿਤਾ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਸਰਕਾਰੀ ਤੌਰ 'ਤੇ ਵੀ ਮੇਰਾ ਕਤਲ ਹੋ ਸਕਦਾ ਹੈ ਅਤੇ ਗੈਰ ਸਰਕਾਰੀ ਤੌਰ 'ਤੇ ਵੀ ਹੋ ਸਕਦਾ ਹੈ। ਅਤੇ ਜਦੋਂ ਪਰ ਉਹ ਪੰਜਾਬ ਆਏ ਇੱਥੇ 1988 ਵਿੱਚ, ਅਤੇ ਡਰ ਤਾਂ ਸੀ ਪਰ ਇੰਨਾ ਨਹੀਂ ਸੀ ਕਿ ਉਹ ਸਵੇਰੇ 23 ਮਾਰਚ ਨੂੰ ਸਵੇਰੇ ਉੱਠਦੇ ਨੇ, ਘਰੋਂ ਚਾਹ ਪੀਂਦੇ ਆ ਅਤੇ ਘਰੋਂ ਅਖਬਾਰਾਂ ਦਾ ਥੱਬਾ ਆ ਜਾਂਦਾ ਅਤੇ ਉਹ ਟਿਊਬਵੈੱਲ 'ਤੇ ਜਾ ਕੇ ਅਖਬਾਰਾਂ ਪੜ੍ਹਦੇ ਆ। ਪੜ੍ਹਦੇ ਪਤਾ ਨਹੀਂ ਲੱਗਦਾ ਕਦੋਂ ਉਹਨਾਂ ਨੂੰ ਮਤਲਬ ਇੱਕ ਫਿਰਨੀ 'ਤੇ ਸਕੂਟਰ ਖੜ੍ਹਾ ਹੁੰਦਾ ਆ, ਉਹ 'ਚੋਂ ਆਉਂਦੇ ਨੇ ਕਾਤਲ ਅਤੇ ਉਹ ਬਰਸਟ ਮਾਰਦੇ ਆ। ਅਤੇ ਉਹਨਾਂ ਦੇ ਨਾਲ ਦੋਸਤ ਹੁੰਦਾ ਆ ਹੰਸਰਾਜ ਜਿਹੜਾ ਉਹ ਦੋਸਤ ਸੀ ਉਹਨਾਂ ਦਾ, ਉਹ ਵੀ ਨਾਲ ਕਤਲ ਹੋ ਜਾਂਦਾ ਆ। ਅਤੇ ਉਹਨਾਂ ਨੇ ਜਿਹੜਾ ਨਜ਼ਮ ਲਿਖੀ ਸੀ ਉਦੋਂ ਜੀ, ਜਿਹੜੀ ਆਪਾਂ ਜ਼ਿਕਰ ਕੀਤਾ ਕਿ ਪਹਿਲਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਦਰਜ ਕੀਤਾ ਸੀ, ਨਜ਼ਮ ਦਾ ਨਾਂ ਹੈ ਜੀ ਕਲਾਮ ਮਿਰਜ਼ਾ। ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝੱਲਦੀ, ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਤਲਕਦੀ ਹੈ, ਅਤੇ ਸੁਣਿਆ ਮੇਰਾ ਵੀ ਕਤਲ ਇਤਿਹਾਸ ਦੇ ਆਉਂਦੇ ਸਫ਼ੇ 'ਤੇ ਲਿਖਿਆ ਹੈ। ਵਾਹ। ਪਰ ਸ਼ਾਇਦ ਹੁਣ ਸਾਰਾ ਕੁਝ ਪਹਿਲਾਂ ਜਿਹਾ ਨਾ ਹੋਵੇ, ਹੋ ਸਕਦਾ ਤੈਨੂੰ ਕੱਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਰ ਲਏ, ਅਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥੱਲੇ ਜਾਗਦਾ ਹੀ ਵੱਢ ਦਿੱਤਾ ਜਾਵਾਂ। ਹੋ ਸਕਦਾ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ। ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿੱਚ ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਿਆ ਸੀ। ਵਾਹ, ਕਮਾਲ ਦੀ ਪੋਇਟਰੀ ਸੀ, ਕਮਾਲ ਦੀ, ਹੈ ਨਾ। ਦੇਖੋ ਕਿੰਨੀ ਸ਼ਿੱਦਤ ਆ। ਦੇਖੋ ਹੁਣ ਆਮ ਕਰਕੇ ਇਹ ਗੱਲਾਂ ਕੀਤੀਆਂ ਜਾਂਦੀਆਂ ਕਿ ਸ਼ਾਇਦ ਕੋਈ ਬੰਦਾ ਬੜਾ ਭਗਤੀ ਵਾਲਾ ਹੋਊਗਾ, ਕੋਈ ਸਪਿਰਿਚੁਅਲ ਬੰਦਾ ਹੋਊਗਾ, ਕੋਈ ਧਾਰਮਿਕ ਬੰਦਾ ਹੋਊਗਾ ਜਿਹਨੂੰ ਇਹੋ ਜਿਹੇ ਅਹਿਸਾਸ ਪਹਿਲਾਂ ਹੋਣਗੇ, ਪਰ ਇਹ ਉਹਦੀ ਸੂਝ ਸਮਝ ਹੀ ਸੀ, ਉਹ ਡੂੰਘੀ ਸੂਝ ਸੀ ਜਿਹੜੀ ਇਸ ਹੱਦ ਤੱਕ ਉਹਨੂੰ ਸੋਚਣ ਦੇ ਲਈ ਲੈ ਗਈ, ਔਰ ਇਹ ਚੀਜ਼ ਉਹਨੇ ਕਾਗਜ਼ਾਂ 'ਤੇ ਉਤਾਰੀ ਵੀ। ਕੁਝ ਹੋਰ ਕਵਿਤਾਵਾਂ ਜੇ ਉਹਨਾਂ ਦਾ ਜ਼ਿਕਰ ਕਰਨਾ ਚਾਹੋ ਤੁਸੀਂ, ਮੈਂ ਚਾਹੁੰਦੀ ਹਾਂ ਕਿ ਸੁਣਨ ਵਾਲੇ, ਖਾਸ ਕਰਕੇ ਮੇਰਾ ਅੱਜ ਜਿਹੜੀਆਂ ਇਹ ਗੱਲਾਂ ਕਰਨ ਦਾ ਮਕਸਦ ਇਹੀ ਹੈ ਕਿ ਉਹਦੀ ਰੈਲੇਵੈਂਸ ਅੱਜ ਵੀ ਓਨੀ ਹੀ ਹੈ। ਮੈਨੂੰ ਉਹਨਾਂ ਦੀ ਇੱਕ ਕਵਿਤਾ ਯਾਦ ਆ ਰਹੀ ਹੈ, ਪ੍ਰਤੀਬੱਧਤਾ। ਪਹਿਲਾਂ ਵੀ ਤੁਸੀਂ ਗੱਲ ਕੀਤਾ, ਤੁਸੀਂ ਕਿਹਾ ਕਿ ਨਿਜ਼ਾਮ ਨਹੀਂ ਬਦਲਿਆ। ਹਾਂਜੀ, ਉਹ ਪ੍ਰਤੀਬੱਧਤਾ ਜਿਹੜੀ ਉਹ ਬੜੀ ਸ਼ਾਨਦਾਰ ਕਵਿਤਾ ਸੀ। ਹਾਂਜੀ, ਬਹੁਤ ਹੀ ਉਹ ਉਹਦੇ ਵਿੱਚ ਜਿਹੜਾ ਇੱਕ ਦਰਦ ਹੈ ਕਿਰਤੀਆਂ ਦਾ ਉਹ ਝਲਕਦਾ। ਪ੍ਰਤੀਬੱਧਤਾ। ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ, ਜਿਸ ਤਰ੍ਹਾਂ ਸਾਡੇ ਡੋਲਿਆਂ ਵਿੱਚ ਖਲੀਆਂ ਹਨ, ਜਿਸ ਤਰ੍ਹਾਂ ਬਲਦਾਂ ਦੀ ਪਿੱਠ 'ਤੇ ਉੱਭਰੀਆਂ ਪ੍ਰਾਣੀ ਦੀਆਂ ਲਾਸ਼ਾਂ ਹਨ, ਜਿਸ ਤਰ੍ਹਾਂ ਕਰਜ਼ੇ ਦੇ ਕਾਗਜ਼ਾਂ ਵਿੱਚ ਸਾਡਾ ਸਹਿਮਿਆ ਅਤੇ ਸੁੰਗੜਿਆ ਭਵਿੱਖ ਹੈ। ਅਸੀਂ ਜ਼ਿੰਦਗੀ, ਬਰਾਬਰੀ ਜਾਂ ਕੁਝ ਵੀ ਹੋਰ ਇਸ ਤਰ੍ਹਾਂ ਸੱਚੀ ਮੁੱਚੀ ਦਾ ਚਾਹੁੰਦੇ ਹਾਂ, ਜਿਸ ਤਰ੍ਹਾਂ ਸੂਰਜ, ਹਵਾ ਅਤੇ ਬੱਦਲ ਘਰਾਂ ਅਤੇ ਖੇਤਾਂ ਵਿੱਚ ਸਾਡੇ ਅੰਗ ਸੰਗ ਰਹਿੰਦੇ ਹਨ। ਅਸੀਂ ਉਸੇ ਤਰ੍ਹਾਂ
ਹਕੂਮਤਾਂ, ਵਿਸ਼ਵਾਸਾਂ ਅਤੇ ਖੁਸ਼ੀਆਂ ਨੂੰ ਆਪਣੇ ਨਾਲ ਤੱਕਣਾ ਚਾਹੁੰਦੇ ਹਾਂ। ਡਾਢਿਓ, ਅਸੀਂ ਸਾਰਾ ਕੁਝ ਸੱਚੀ ਮੁੱਚੀ ਦਾ ਦੇਖਣਾ ਚਾਹੁੰਦੇ ਹਾਂ। ਅਸੀਂ ਉਸੇ ਤਰ੍ਹਾਂ ਦਾ ਕੁਝ ਵੀ ਨਹੀਂ ਚਾਹੁੰਦੇ ਜਿਵੇਂ ਸ਼ਰਾਬ ਦੇ ਮੁਕੱਦਮੇ 'ਚ ਕਿਸੇ ਟਾਊਟ ਦੀ ਗਵਾਹੀ ਹੁੰਦੀ ਹੈ, ਜਿਵੇਂ ਪਟਵਾਰੀ ਦਾ ਈਮਾਨ ਹੁੰਦਾ ਹੈ, ਜਾਂ ਜਿਵੇਂ ਆੜਤੀ ਦੀ ਕਸਮ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਆਪਣੀ ਤਲੀ 'ਤੇ ਕੋਈ ਇਸ ਤਰ੍ਹਾਂ ਦਾ ਸੱਚ ਜਿਵੇਂ ਗੁੜ ਦੀ ਪੱਤ 'ਚ ਕਣ ਹੁੰਦਾ ਹੈ, ਜਿਵੇਂ ਮਿਲਣੀ ਸਵੇ ਮਹਿਬੂਬ ਦੇ ਹੋਠਾਂ 'ਤੇ ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ। ਸੋ ਨਜ਼ਮ ਤਾਂ ਲੰਬੀ ਹੈ ਜੀ, ਪਰ ਉਹਦੇ 'ਚ ਜਿੱਦਾਂ ਇਹਨਾਂ 'ਚ ਕਾਵ ਤੱਤ ਇੱਕ ਸੋਹਜ ਸ਼ਾਸਤਰ ਭਰਿਆ ਹੋਇਆ ਨਾ, ਉਹ ਹਰ ਲੇਖ ਦੇ ਹਿੱਸੇ ਨਹੀਂ ਆਉਂਦਾ। ਪਰ ਜਿਹੜੀ ਲਲਕਾਰ ਹੁੰਦੀ ਸੀਗੀ ਉਹ ਬੜੀ ਜ਼ਬਰਦਸਤ ਸੀ ਉਹਨਾਂ ਦੇ ਸ਼ਬਦਾਂ ਦੇ ਵਿੱਚ। ਹੁਣ ਆਪਾਂ ਜਿਸ ਵੇਲੇ ਦਿੱਲੀ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਦਾ, ਬਹੁਤ ਸਾਰੇ ਜਿਹੜੇ ਗੀਤ ਆਪਾਂ ਦੇਖੇ ਆ ਉਹ ਗੀਤ ਉਪਜੇ ਹੈਗੇ ਆ, ਬੜੇ ਗਾਇਕ ਕਲਾਕਾਰਾਂ ਨੇ ਗੀਤ ਗਾਏ ਵੀ ਹੈਗੇ ਆ, ਪਰ ਜਿਸ ਕਿਸਮ ਦੀ ਲਲਕਾਰ ਪਾਸ਼ ਦੀ ਪੋਇਟਰੀ ਦੇ ਵਿੱਚ ਹੈ, ਦਿੱਲੀ ਨੂੰ ਵੰਗਾਰ ਦੇ ਰਹੇ ਆ, ਉਹ ਇੰਦਰਾ ਗਾਂਧੀ ਨੂੰ ਉਹ ਸਿੱਧਾ ਸੰਬੋਧਿਤ ਹੁੰਦੇ ਰਹੇ ਆ, ਉਹ ਕਵਿਤਾਵਾਂ ਕਮਾਲ ਦੀਆਂ ਸਨ। ਜੇ ਇੱਕ ਦੋ ਉਹਨਾਂ ਕਵਿਤਾਵਾਂ ਦੇ ਵਿੱਚੋਂ ਆਪਾਂ ਸੁਣਨ ਵਾਲਿਆਂ ਦੇ ਨਾਲ ਸਾਂਝੀਆਂ ਕਰ ਸਕੀਏ, ਕਿਉਂਕਿ ਮੈਂ ਫਿਰ ਉਹੀ ਗੱਲ ਕਰ ਰਹੀ ਹਾਂ ਕਿ ਰੈਲੇਵੈਂਸ ਜਿਹੜੀ ਹੈ ਓਨੀ ਪ੍ਰਤੀਤ ਹੋ ਰਹੀ ਹੈ ਉਹਨਾਂ ਦੀਆਂ ਕਵਿਤਾਵਾਂ ਪੜ੍ਹ ਕੇ। ਜੀ ਦੇਖੋ, ਜਦੋਂ ਦਿੱਲੀ ਵਿੱਚ 84 ਵਿੱਚ ਸਿੱਖ ਕਤਲੇਆਮ ਹੋਇਆ ਜੀ, ਉਸ ਤੋਂ ਬਾਅਦ ਬਹੁਤ ਲੋਕਾਂ ਨੇ ਕਵਿਤਾਵਾਂ ਲਿਖੀਆਂ, ਪਰ ਇੱਕ ਜਿਹਦੇ ਅੰਦਰ ਇੱਕ ਦਰਦ ਦਾ ਸਮੁੰਦਰ ਛਲਕਦਾ ਸੀ ਲੋਕਾਂ ਲਈ, ਉਹਨੇ ਉਹ ਕਵਿਤਾ ਲਿਖੀ ਉਦੋਂ ਪਾਸ਼ ਨੇ, ਅਤੇ ਉਹ ਇੱਕ ਵਿਲੱਖਣ ਕਵਿਤਾ ਜੀ ਆਮ ਕਵਿਤਾਵਾਂ ਨਾਲੋਂ। ਉਹਦਾ ਨਜ਼ਮ ਦਾ ਉਨਵਾਨ ਹੈ ਬੇਦਖਲੀ ਲਈ ਬਿਨੇ ਪੱਤਰ, ਜਿਹ 'ਚ ਉਹਨਾਂ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਹਿੰਸਾ ਹੋਈ ਜਾਂ ਗਾਂਧੀ ਦਾ ਕਤਲ ਹੋਇਆ, ਇਹਦੇ ਬਾਰੇ ਬੜੀ ਬਰੀਕੀ ਨਾਲ, ਇੱਕ ਸ਼ਿੱਦਤ ਨਾਲ ਉਹਨੇ ਚਿਤਰਨ ਕੀਤਾ, ਉਸ ਮੰਜ਼ਰਕਸ਼ੀ ਕੀਤੀ ਉਦੋਂ, ਕਿ ਮੈਂ ਉਮਰ ਭਰ ਉਸ ਦੇ ਖਿਲਾਫ ਸੋਚਿਆ ਅਤੇ ਲਿਖਿਆ, ਅਤੇ ਉਸ ਦੇ ਸੋਗ ਵਿੱਚ ਜੇ ਅੱਜ ਸਾਰਾ ਦੇਸ਼ ਸ਼ਾਮਲ ਹੈ ਤਾਂ ਇਸ ਦੇਸ਼ 'ਚੋਂ ਮੇਰਾ ਨਾਂ ਕੱਟ ਦਿਓ। ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ ਇਸ ਖੇਤਾਂ, ਖਾਨਾਂ, ਭੱਠਿਆਂ ਦੇ ਭਾਰਤ ਨੂੰ। ਉਹ ਠੀਕ ਇਸੇ ਦੀ ਸਧਾਰਨ ਜਿਹੀ ਕੋਈ ਨੁੱਕਰ ਸੀ ਜਿੱਥੇ ਪਹਿਲੀ ਵਾਰ ਜਦ ਦਿਹਾੜੀਦਾਰ 'ਤੇ ਉੱਲਰੀ ਚਪੇੜ ਮੁਚਕੋੜੀ ਗਈ, ਕਿਸੇ ਦੇ ਖੁਰਦਰੇ ਬੇਨਾਮ ਹੱਥਾਂ ਵਿੱਚ ਠੀਕ ਉਹ ਵਕਤ ਸੀ ਜਦ ਇਸ ਕਤਲ ਲਈ ਸਾਜ਼ਿਸ਼ ਰਚੀ ਗਈ। ਮੈਂ ਬਹੁਤ ਹੀ ਜੀ ਆਪਣੇ ਸੰਵੇਦਨਸ਼ੀਲ ਸਤਰਾਂ ਨੇ, ਮੈਂ ਸਦਾ ਹੀ ਇੰਦਰਾ ਜੀ ਨੂੰ ਇਸ਼ਾਰਾ ਕਰ ਰਿਹਾ ਹੋ ਕਿ ਮੈਂ ਸਦਾ ਹੀ ਉਸ ਨੂੰ ਕਤਲ ਕੀਤਾ ਹੈ, ਹਰ ਬਾਖਬ ਜਣੇ ਦੀ ਹਿੱਕ 'ਚੋਂ ਲੱਭ ਕੇ। ਜੇ ਉਸ ਦੇ ਕਾਤਲਾਂ ਨੂੰ ਇੰਝ ਹੀ ਸੜਕਾਂ 'ਤੇ ਸਿੱਝਣਾ ਹੈ ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ। ਮੈਂ ਨਹੀਂ ਚਾਹੁੰਦਾ ਕਿ ਸਿਰਫ ਇਸ ਬਣਾ 'ਤੇ ਬਚਦਾ ਰਹਾਂ ਕਿ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ, ਇਸ ਦਾ ਜੋ ਵੀ ਨਾਂ ਹੈ ਗੁੰਡਿਆਂ ਦੀ ਸਲਤਨਤ ਦਾ, ਮੈਂ ਇਸ ਦਾ ਨਾਗਰਿਕ ਹੋਣ 'ਤੇ ਥੁੱਕਦਾ ਹਾਂ। ਮੈਂ ਉਸ ਪਾਇਲਟ ਦੀਆਂ, ਰਾਜੀਵ ਗਾਂਧੀ ਬਾਰੇ ਲਿਖਦੇ, ਕਿ ਮੈਂ ਉਸ ਪਾਇਲਟ ਦੀਆਂ ਮੀਸਣੀਆਂ ਅੱਖਾਂ ਵਿੱਚ ਰੜਕਦਾ ਭਾਰਤ ਹਾਂ। ਹਾਂ, ਮੈਂ ਭਾਰਤ ਹਾਂ, ਰੜਕਦਾ ਹੋਇਆ ਉਸ ਦੀਆਂ ਅੱਖਾਂ ਵਿੱਚ। ਜੇ ਉਸ ਦਾ ਆਪਣਾ ਕੋਈ ਖਾਨਦਾਨੀ ਭਾਰਤ ਹੈ ਤਾਂ ਮੇਰਾ ਉਸ ਵਿੱਚੋਂ ਨਾਮ ਹੁਣੇ ਕੱਟ ਦੇਵੋ, ਮੇਰਾ ਉਸ ਵਿੱਚੋਂ ਨਾਮ ਹੁਣੇ ਕੱਟ ਦੇਵੋ। ਬਹੁਤ ਖੂਬ, ਬਹੁਤ ਕਮਾਲ ਦੀ ਪੋਇਟਰੀ ਸੀ। ਉਹ ਜਿਹੜੀ ਸੰਵਿਧਾਨ ਸੀ, ਇੱਕ ਕਵਿਤਾ ਦਾ ਟਾਈਟਲ ਸੰਵਿਧਾਨ, ਮੈਨੂੰ ਖਿਆਲ ਹੈ ਕਿ ਵੀ ਉਹ ਵੀ ਇੱਕ ਕਿਸਮ ਦੀ ਜੋ ਨਿਜ਼ਾਮ ਹੈ ਉਹਨੂੰ ਰੱਦ ਕਰਨ ਦੀ ਗੱਲ, ਬਿਲਕੁਲ ਇੱਕ ਮੁੱਢੋਂ ਹੀ ਰੱਦ ਕਰਨ ਦੀ ਗੱਲ ਹੈ ਕਿ ਵੀ ਸਾਨੂੰ ਉਹੀ ਚੀਜ਼ ਮਨਜ਼ੂਰ ਹੈ ਨਹੀਂ। ਜੇ ਉਹ ਸਾਡੇ ਸੁਣਨ ਵਾਲਿਆਂ ਦੇ ਨਾਲ ਤੁਸੀਂ ਸ਼ੇਅਰ ਕਰ ਸਕੋ ਸੰਵਿਧਾਨ। ਹਾਂਜੀ, ਜਿੱਥੇ ਨਾ ਸੰਵਿਧਾਨ ਜਦੋਂ ਰਚਿਆ ਗਿਆ ਹੈ ਨਾ ਜੀ, ਡਾਕਟਰ ਅੰਬੇਦਕਰ ਸਾਹਿਬ ਨੇ ਲਿਖਿਆ ਸੰਵਿਧਾਨ, ਉਹਨਾਂ ਵਿੱਚ ਉਹਨਾਂ ਨੇ ਸਾਰਿਆਂ ਨੂੰ ਹੀ, ਮਤਲਬ ਪੇਂਡੂ ਲੋਕਾਂ ਨੂੰ, ਨਪੀੜੇ ਲੋਕਾਂ ਨੂੰ ਵੀ, ਆਮ ਲੋਕਾਂ ਨੂੰ ਵੀ, ਮੱਧ ਵਰਗੀ ਪਰਿਵਾਰਾਂ ਨੂੰ ਵੀ, ਉਹਨਾਂ ਦੇ ਲਈ ਹੱਕਾਂ ਦਾ ਉਹਨਾਂ ਨੇ ਹੋਕਾ ਦਿੱਤਾ ਸੀ ਅਤੇ ਹੱਕਾਂ ਲਿਖਿਆ ਜੀ। ਅਤੇ ਜੇ ਉਹ ਸਾਰੇ ਹੀ ਲਾਗੂ ਕੀਤੇ ਜਾਂਦੇ ਇਮਾਨਦਾਰੀ ਨਾਲ, ਸੰਜੀਦਗੀ ਨਾਲ, ਇੱਕ ਸ਼ਿੱਦਤ ਨਾਲ, ਤਾਂ ਸ਼ਾਇਦ ਅੱਜ ਭਾਰਤ ਦੀ ਉਹ ਹਾਲਤ ਨਾ ਹੁੰਦੀ। ਪਰ ਇਹਨਾਂ ਨੇ ਕੀਤਾ ਕਿ ਸੰਵਿਧਾਨ ਦੇ ਜੋ ਕੁਛ ਲਿਖਿਆ ਗਿਆ ਸੀਗਾ ਉਹਦੇ ਉਲਟ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਕਾਰਵਾਈ ਕੀਤੀ ਸੀ। ਸੋ ਇਸੇ ਸੰਦਰਭ ਵਿੱਚ ਉਹ ਸੰਵਿਧਾਨ ਬਾਰੇ ਕੀ ਲਿਖਦੇ ਨੇ ਆਪਣੇ ਪਾਸ ਜੀ, ਕਿ ਇਹ ਪੁਸਤਕ ਮਰ ਚੁੱਕੀ ਹੈ,
ਇਹਨੂੰ ਨਾ ਪੜ੍ਹੋ। ਇਸ ਦੇ ਲਫ਼ਜ਼ਾਂ ਵਿੱਚ ਮੌਤ ਦੀ ਠੰਡ ਹੈ ਅਤੇ ਇੱਕ ਇੱਕ ਸਫ਼ਾ ਜ਼ਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ। ਇਹ ਪੁਸਤਕ ਜਦ ਬਣੀ ਸੀ ਤਾਂ ਮੈਂ ਇੱਕ ਪਸ਼ੂ ਸਾਂ, ਸੁੱਤਾ ਪਿਆ ਪਸ਼ੂ, ਅਤੇ ਜਦ ਮੈਂ ਜਾਗਿਆ ਤਾਂ ਮੇਰੇ ਇਨਸਾਨ ਬਣਨ ਤੀਕ ਇਹ ਪੁਸਤਕ ਮਰ ਚੁੱਕੀ ਸੀ। ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ ਤਾਂ ਪਸ਼ੂ ਬਣ ਜਾਓਗੇ, ਸੁੱਤੇ ਹੋਏ ਪਸ਼ੂ ਬਣ ਜਾਓਗੇ, ਤੁਸੀਂ ਪਸ਼ੂ ਬਣ ਜਾਓਗੇ। ਬਹੁਤ ਖੂਬ। ਛੋਟੀ ਜੀ ਕਵਿਤਾ ਦੇ ਵਿੱਚ ਕਾਫੀ ਡੂੰਘੀ ਗੱਲ ਉਹਨਾਂ ਨੇ ਕਹੀ ਹੈ। ਇੱਕ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਨੇ ਜਿਹਨਾਂ ਦੇ ਵਿੱਚ ਦੇਸ਼ ਦਾ ਜ਼ਿਕਰ ਹੈ, ਜਿਹਦੇ ਵਿੱਚ ਸਰਕਾਰਾਂ ਦਾ ਜ਼ਿਕਰ ਹੈ, ਕਿਰਤੀਆਂ ਦਾ ਜ਼ਿਕਰ ਹੈ, ਕਿਸਾਨਾਂ ਦਾ ਜ਼ਿਕਰ ਹੈ। ਇਸੇ ਕਰਕੇ ਉਹ ਕਵਿਤਾ ਅੱਜ ਦੀ ਕਵਿਤਾ ਵੀ ਲੱਗ ਰਹੀ ਹੈ। ਇੱਕ ਮੇਰੇ ਦੇਸ਼ ਟਾਈਟਲ ਕਰਕੇ ਹੈ, ਕਹਿੰਦੇ ਅਸੀਂ ਤਾਂ ਖੱਪ ਗਏ ਹਾਂ ਧੂੜ ਵਿੱਚ, ਲੱਥ ਪੱਥ ਤਿਰਕਾਲਾਂ ਦੇ ਢਿੱਡ ਅੰਦਰ ਅਸੀਂ ਤਾਂ ਛਪ ਗਏ ਹਾਂ, ਪੱਥੇ ਹੋਏ ਗੋਹੇ ਦੇ ਉੱਤੇ ਉਕਰੀਆਂ ਉਂਗਲਾਂ ਦੇ ਨਾਲ ਜਮਹੂਰੀਅਤ ਦੇ ਪੈਰਾਂ ਵਿੱਚ ਰੁਲਦੇ ਹੋਏ ਮੇਰੇ ਦੇਸ਼, ਸਾਡਾ ਫਿਕਰ ਨਾ ਕਰਨਾ। ਪ੍ਰਸ਼ਨ ਤਾਂ ਠੀਕ ਵੱਡਾ ਹੈ। ਇਹ ਉਸ ਵੇਲੇ ਦੀ ਗੱਲ ਕਰ ਰਹੇ ਆ। ਪ੍ਰਸ਼ਨ ਤਾਂ ਠੀਕ ਵੱਡਾ ਹੈ ਕਿ 26 ਵਰ੍ਹਿਆਂ ਦੀ ਇਸ ਔੜ ਦੇ ਸਮੇਂ ਅਸੀਂ ਦੇਸ਼ ਭਗਤ ਕਿਉਂ ਨਾ ਬਣੇ, ਪਰ ਮਿੱਟੀ ਨੇ ਖਾ ਲਈ ਹੈ ਕਈ ਕਰੋੜ ਬਾਹਾਂ ਦੀ ਤਾਕਤ, ਤੇ ਫਲਾਂ ਨੇ ਖਾ ਲਈ ਹੈ ਕਿਸਾਨਾਂ ਦੇ ਹਿੱਸੇ ਦੀ ਊਰਜਾ, ਸਾਡੀ ਅਣਖ ਦੇ ਰੁਖੜੇ ਜਿਨ੍ਹਾਂ ਨੇ ਫੈਲ ਕੇ ਕਰਨੀ ਸੀ ਤੇਰੇ ਤਪਦੇ ਹੋਏ ਮਾਰੂਥਲਾਂ 'ਤੇ ਛਾਂ, ਦਫ਼ਤਰਾਂ ਵਿੱਚ ਪਲ ਰਹੇ ਸਾਨਾ ਮਰੁੰਡਲੇ। ਵਿੱਚ ਦੇਖੋ ਬਿਊਰੋਕਰੇਸੀ ਦਾ ਵੀ ਜ਼ਿਕਰ ਆ ਰਿਹਾ। ਬਿਲਕੁਲ ਬਿਲਕੁਲ ਜੀ। ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਨਾ ਵੀ ਔਰਤਾਂ ਬਾਰੇ ਵੀ ਉਹਨਾਂ ਨੇ ਆਪਣੇ ਨਜ਼ਮਾਂ ਲਿਖੀਆਂ। ਮੈਂ ਉਹਨਾਂ ਦੀ ਇੱਕ ਨਜ਼ਮ ਹੈ ਜੀ, ਚਿੜੀਆਂ ਦਾ ਚੰਬਾ। ਹਾਂਜੀ। ਉਹਦੀ ਭੂਮਿਕਾ 'ਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸ਼ਾਇਦ ਪਾਸ਼ ਦੇ ਹਿੱਸੇ ਆਇਆ ਇੰਨੀ ਖੂਬਸੂਰਤ ਨਜ਼ਮ ਲਿਖਣ ਲਈ ਕਿ ਜੋ ਪਿੰਡ ਦੀਆਂ ਕਮੀ ਕਮੀਣ ਕੁੜੀਆਂ ਹਨ, ਉਹਨਾਂ ਬਾਰੇ ਲਿਖਿਆ ਕਿ ਇਹ ਵਿਆਹ ਤੋਂ ਪਹਿਲਾਂ ਬਹੁਤ ਸੁਪਨੇ ਲੈਂਦੀਆਂ, ਪਰ ਇਹਨਾਂ ਦੇ ਸੁਪਨੇ ਕਿੱਥੋਂ ਤੱਕ ਹੁੰਦੇ ਆ, ਕਿੰਨੇ ਕੁ ਲੰਬੇ ਹੁੰਦੇ ਸੁਪਨੇ। ਇਹੀ ਹੁੰਦਾ ਵੀ ਇੱਥੋਂ ਵਿਆਹ ਹੋਇਆ, ਨਾਲ ਦੇ ਪਿੰਡ 'ਚ ਵਿਆਹ ਹੋ ਗਿਆ, ਉੱਥੋਂ ਬਸ ਆਹੀ ਕੁਛ ਹੋ ਗਿਆ ਨਾ। ਅਤੇ ਉਹਨੂੰ ਇੱਕ ਸਾਡਾ ਗੀਤ ਨਹੀਂ ਹੈਗਾ ਜਿਹੜਾ ਸਾਡਾ ਸੱਭਿਆਚਾਰਕ ਗੀਤ ਕਿ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ ਕਿਹੜੇ ਦੇਸ਼ ਜਾਣਾ। ਹਾਂਜੀ। ਅੱਛਾ ਦੇਖੋ ਇਸੇ ਹੀ ਦੇਖੋ ਸੰਦਰਭ 'ਚ ਨਜ਼ਮ ਲਿਖੀ ਉਹਨਾਂ ਨੇ ਪਿੰਡ ਦੀਆਂ ਕਮੀ ਕਮੀਣ ਕੁੜੀਆਂ ਬਾਰੇ ਜੀ। ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ। ਬਰੀਕੀ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਕਿ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ, ਇੱਥੇ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ, ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ, ਅਤੇ ਮੈਲੀਆਂ ਚੁੰਨੀਆਂ ਭਿਉਂ ਕੇ ਲੋਆਂ ਨਾਲ ਲੂਸੇ ਚਿਹਰਿਆਂ 'ਤੇ ਫੇਰਿਆ ਕਰੇਗਾ। ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ, ਇੱਥੇ ਕਿਤੇ ਉਰੇ ਪਰੇ ਲੋਕ ਕੇ ਕੱਲਮ ਕੱਲਾ ਰੋਇਆ ਕਰੇਗਾ, ਅਤੇ ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ। ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਾ ਹੋਵੇਗੀ, ਅਚਾਨਕ ਕਿਤਿਓਂ ਲੋਹੇ ਦੀਆਂ ਚੁੰਝਾਂ ਦਾ ਜਾਲ ਉਸ ਜੋਗੇ ਅਸਮਾਨ 'ਤੇ ਵਿਛ ਜਾਵੇਗਾ, ਅਤੇ ਲੰਬੀ ਉਡਾਰੀ ਦਾ ਉਹਦਾ ਸੁਪਨਾ ਉਹਦੇ ਹਰਨੋਟਿਆਂ ਨੈਣਾਂ ਤੋਂ ਭੈ ਖਾਵੇਗਾ। ਚਿੜੀਆਂ ਦਾ ਚੰਬਾ ਮੁਫਤ ਹੀ ਪਰੇਸ਼ਾਨ ਹੁੰਦਾ ਹੈ ਕਿ ਬਾਬਲ ਤਾਂ ਡੋਲੇ ਨੂੰ ਤੋੜ ਕੇ ਉਖੜੇ ਬੂਹੇ ਨੂੰ ਇੱਟਾਂ ਲਵਾਏਗਾ, ਅਤੇ ਗੁੱਡੀਆਂ ਪਾੜ ਕੇ ਪਸੀਨੇ ਨਾਲ ਗਲੇ ਹੋਏ ਕੁੜਤੇ ਉੱਤੇ ਟਾਕੀ ਸੰਵਾਏਗਾ। ਜਦੋਂ ਉਹ ਆਪ ਹੀ ਗਲੋਟਿਆਂ 'ਚੋਂ ਕੱਤਿਆ ਜਾਏਗਾ, ਚਿੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਉੱਕਾ ਨਹੀਂ ਸਤਾਏਗਾ। ਚਿੜੀਆਂ ਦਾ ਚੰਬਾ ਉੱਡ ਕੇ ਕਿਸੇ ਵੀ ਦੇਸ਼ ਨਹੀਂ ਜਾਏਗਾ, ਸਾਰੀ ਉਮਰ ਕੰਡ ਚਰੀਆਂ ਦੀ ਹੰਡਾਏਗਾ, ਅਤੇ ਚਿੱਟੇ ਚਾਦਰੇ 'ਤੇ ਲੱਗਿਆ ਉਹਦੀ ਮਹਾਂਵਰੀ ਦਾ ਖੂਨ ਉਸਦਾ ਮੂੰਹ ਚੜਾਵੇਗਾ। ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ, ਚਿੜੀਆਂ ਦਾ ਚੰਬਾ ਇੱਥੇ ਕਿਤੇ ਉਰੇ ਪਰੇ ਲੋਕ ਕੇ ਕੱਲਮ ਕੱਲਾ ਰੋਇਆ ਕਰੇਗਾ, ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ। ਬਹੁਤ ਵਧੀਆ। ਬਾਕੀ ਇਹ ਜਿਹੜੀ ਗੱਲ ਲਿਖੀ ਹੈ ਕੋਈ ਹੋਰ ਇੰਨੀ ਖੁੱਲ੍ਹ ਕੇ ਇਹ ਗੱਲ ਨਹੀਂ ਕਰ ਸਕਿਆ। ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ ਜਿਹੜੀ ਉਹਨਾਂ ਕੁੜੀਆਂ ਬਾਰੇ ਉਹਨਾਂ ਨੇ ਲਿਖੀ ਹੈ। ਚਿੰਤਨ ਦੀ ਇੰਤਹਾ ਹੈ। ਹਾਂ, ਕਿ ਆਮ ਇੱਕ ਔਰਤਾਂ ਬਾਰੇ ਜੀ, ਔਰਤਾਂ ਨਾਲ ਧੱਕਾ ਹੋ ਰਿਹਾ ਜੀ, ਔਰਤਾਂ ਨੂੰ ਬੇਇਨਸਾਫੀ ਹੋ ਰਹੀ ਹੈ, ਇੱਕ ਸਤਹੀ ਜਿਹੀਆਂ ਗੱਲਾਂ, ਇੱਕ ਰੈਗੂਲਰ ਜਿਹੀਆਂ ਗੱਲਾਂ ਹੈ। ਉਹੀ ਹੈ ਨਾ, ਰਵਾਇਤ ਦੇ ਤੌਰ 'ਤੇ ਹੁਣ ਤੱਕ ਵੀ ਉਹ ਗੀਤ ਚੱਲੀ ਜਾ ਰਹੇ ਹੈਗੇ ਆ ਕਿ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ, ਹੈ ਨਾ। ਉਹਨੂੰ ਕਿਸ ਨਜ਼ਰ ਨਾਲ ਦੇਖਿਆ ਜਾ ਰਿਹਾ। ਹਾਂ, ਇੱਕ ਇਨਕਲਾਬੀ ਕਵੀ ਆਪਣੇ ਦ੍ਰਿਸ਼ਟੀਕੋਣ ਨਾਲ ਕਿੱਦਾਂ ਦੇਖਦਾ ਆ। ਇਹ ਪਾਸ਼ ਜੀ ਨੇ ਇਹ ਇੱਕ ਅਮਰ ਨਜ਼ਮ ਲਿਖ ਦਿੱਤੀ ਹੈ ਜੀ, ਆਮ ਜਿਹੜੀਆਂ ਗਰੀਬ ਘਰਾਂ ਦੀ ਕੁੜੀਆਂ ਲਈ।
ਅੱਛਾ, ਹੁਣ ਸਮਾਂ ਆਪਣੇ ਕੋਲ ਥੋੜ੍ਹਾ ਜਿਹਾ ਬਾਕੀ ਬਚਿਆ। ਕਵਿਤਾਵਾਂ ਇੱਦਾਂ ਲੱਗਦਾ ਕਿ ਹਰ ਇੱਕ ਕਵਿਤਾ ਜਿਹੜੀ ਆ ਉਹ ਪੜ੍ਹੀ ਜਾਣੀ ਚਾਹੀਦੀ ਹੈ, ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਬੜੇ ਸਾਡੇ ਸੁਣਨ ਵਾਲੇ ਹੋਣਗੇ ਜਿਨ੍ਹਾਂ ਨੇ ਸ਼ਾਇਦ ਪਾਸ਼ ਨੂੰ ਕਦੇ ਨਹੀਂ ਪੜ੍ਹਿਆ। ਇਹ ਇੱਕ ਸਵਾਲ ਤੁਹਾਡੇ ਲਈ ਕਿ ਕੌਣ ਲੋਕ ਜਿਹੜੇ ਪਾਸ਼ ਨੂੰ ਜ਼ਰੂਰ ਪੜ੍ਹਨ, ਜਾਂ ਪਾਸ਼ ਨੂੰ ਕਿਉਂ ਪੜ੍ਹਿਆ ਜਾਣਾ ਚਾਹੀਦਾ, ਉਹਦਾ ਅਧਿਐਨ ਕਿਉਂ ਕੀਤਾ ਜਾਣਾ ਚਾਹੀਦਾ? ਦੇਖੋ, ਜਿਨ੍ਹਾਂ ਨੂੰ ਲੁਕਾਈ ਦਾ ਦਰਦ ਹੈ, ਜਿਨ੍ਹਾਂ ਕੋਲ, ਜਿਹੜੇ ਸਮਝਦੇ ਨੇ ਕਿ ਅੱਜ ਕਿਸਾਨ ਸੰਘਰਸ਼ ਕਿਉਂ ਚੱਲ ਰਿਹਾ ਹੈ, ਕਿ 1 ਸਾਲ ਤੋਂ ਕਿੱਦਾਂ ਸੜਕਾਂ 'ਤੇ ਰੁਲ ਰਹੇ ਨੇ ਕਿਸਾਨ, ਜੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਅਤੀ ਨਪੀੜੇ ਜਾਂਦੇ ਲੋਕ ਅੱਜ ਵੀ ਉਹਨਾਂ ਨੂੰ ਨੰਗਿਆਂ ਕਰਕੇ ਕੁੱਟਿਆ ਜਾਂਦਾ ਕਿ ਤੁਸੀਂ ਗਾਵਾਂ ਨੂੰ ਵੇਚ ਰਹੇ ਹੋ, ਜਾਂ ਕਿਸੇ ਨੂੰ ਇਸ ਕਰਕੇ ਕਹਿੰਦਾ ਕਿ ਇਹਨਾਂ ਦੇ ਘਰ ਮੀਟ ਬਣ ਰਿਹਾ ਗਾਂ ਦਾ। ਅਗਰ ਤੁਹਾਡੇ ਅੰਦਰ ਇੱਕ ਮਨੁੱਖਤਾ ਦਾ ਦਰਦ ਹੈ ਤਾਂ ਇਹ ਕਵਿਤਾ ਜਿਹੜੀਆਂ ਇਹ ਪਾਸ਼ ਦੀ ਕਵਿਤਾ ਹੈ, ਜਾਂ ਹੋਰ ਕੋਈ ਵੀ ਇਨਕਲਾਬੀ ਕਵੀ ਹੈ, ਉਹ ਲੋਰਕਾ ਕਿਉਂ ਨਾ ਹੋਵੇ, ਉਹ ਫੈਜ਼ ਅਹਿਮਦ ਫੈਜ਼ ਕਿਉਂ ਨਾ ਹੋਵੇ, ਉਹ ਸੰਤ ਰਾਮਦਾਸੀ ਕਿਉਂ ਨਾ ਹੋਵੇ, ਉਹ ਆਪਣੇ ਲਾਲ ਸਿੰਘ ਦਿਲ ਕਿਉਂ ਨਾ ਹੋਵੇ, ਉਹਦੀ ਨਜ਼ਮਾਂ ਨੂੰ ਉਹਦਾ ਅਧਿਐਨ ਕਰਨਾ ਚਾਹੀਦਾ ਆ ਸਾਨੂੰ। ਜਿਹੜਾ ਅੱਜ ਕੱਲ੍ਹ ਜੋ ਆ ਉਹ ਪੌਪ ਕਲਚਰ ਚੱਲ ਰਿਹਾ ਹੈਗਾ, ਇਹ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਜਿਹੜੇ ਬੱਚਿਆਂ ਦੀ ਮਾਨਸਿਕਤਾ ਨੂੰ ਵਿਗਾੜ ਰਿਹਾ ਹੈ। ਅਤੇ ਜੇ ਅਸੀਂ ਇੱਕ ਸੋਚ ਜ਼ਿੰਦਗੀ 'ਚ ਪੈਦਾ ਕਰਨਾ ਆ ਤਾਂ ਸਾਨੂੰ ਇਹ ਜਿਹੜੀ ਅਗਾਂਹ ਵਧੂ ਸ਼ਾਇਰੀ ਹੈ ਨਾ, ਇਹਨੂੰ ਪੜ੍ਹਨਾ ਪਊਗਾ, ਇਹਨੂੰ ਸਿੱਖਣਾ ਪਊਗਾ ਸਾਨੂੰ ਇਹ ਤੋਂ ਕੁਛ। ਅੰਮ੍ਰਿਤ ਦੀਵਾਨਾ ਜੀ, ਬਹੁਤ ਬਹੁਤ ਸ਼ੁਕਰੀਆ, ਸਮਾਂ ਕੱਢਿਆ, ਕੁਝ ਗੱਲਾਂ ਅਤੇ ਕੁਝ ਇਹ ਜਿਹੜੀਆਂ ਨਜ਼ਮਾਂ ਤੁਸੀਂ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀਆਂ ਕੀਤੀਆਂ। ਥੈਂਕ ਯੂ ਸੋ ਮੱਚ। ਨਹੀਂ, ਬਹੁਤ ਹੀ ਧੰਨਵਾਦ ਜੀ ਸਾਰੇ ਸਰੋਤਿਆਂ ਦਾ, ਅਤੇ ਤੁਹਾਡਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਇੰਨੀ ਸ਼ਿੱਦਤ ਨਾਲ ਸਾਡਾ ਪ੍ਰੋਗਰਾਮ ਸੁਣਿਆ। ਅਤੇ ਗਾਹੇ ਬਗਾਹੇ ਤੁਸੀਂ ਬਹੁਤ ਹੀ ਬਿਲਕੁਲ ਇਤਰੇ ਪ੍ਰੋਗਰਾਮ ਪੇਸ਼ ਕਰਦੇ ਹੋ ਸਾਹਿਤਕ, ਸਾਨੂੰ ਵੀ ਫਕਰ ਹੈ ਤੁਹਾਡੇ 'ਤੇ, ਅਤੇ ਬਹੁਤ ਹੀ ਤੁਹਾਡਾ ਧੰਨਵਾਦ ਜੀ। ਸ਼ੁਕਰੀਆ ਇੱਕ ਵਾਰੀ ਫਿਰ ਤੋਂ। ਅਖੀਰ 'ਚ ਇੱਕ ਬਹੁਤ ਜਿਹੜੀ ਮੈਨੂੰ ਪਿਆਰੀ ਕਵਿਤਾ ਲੱਗਦੀ ਹੈ, ਜਿਹੜੀ ਸਭ ਤੋਂ ਪਹਿਲੀ ਵਾਰੀ ਮੈਂ ਜਦੋਂ ਪਾਸ਼ ਨੂੰ ਪੜ੍ਹਿਆ ਸੀ ਅਤੇ ਇਹੀ ਮੇਰੀ ਨਜ਼ਰ ਦੇ ਵਿੱਚ ਆਈ ਸੀ। ਮੈਂ ਸਾਰਿਆਂ ਨੂੰ ਰਿਕਮੈਂਡ ਕਰੂੰਗੀ ਕਿ ਇਸ ਕਵਿਤਾ ਦਾ ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੇਟੇਜ ਰੱਖਦਾ ਹੈ ਜੀ। ਉਹ ਹੈ ਸਭ ਤੋਂ ਖਤਰਨਾਕ। ਸਭ ਤੋਂ ਖਤਰਨਾਕ ਇੱਕ ਲੰਬੀ ਕਵਿਤਾ ਹੈ, ਮੈਂ ਪੜ੍ਹਨ ਨਹੀਂ ਜਾ ਰਹੀ, ਪਰ ਮੈਂ ਰਿਕਮੈਂਡ ਜ਼ਰੂਰ ਕਰੂੰਗੀ ਕਿ ਇਸ ਕਵਿਤਾ ਨੂੰ ਮੌਕਾ ਮਿਲਦਾ ਜ਼ਰੂਰ ਪੜ੍ਹਿਓ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ 'ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਅੱਜ ਦਾ ਹੀ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ।